ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਅਜਿਹੇ ਸ਼ਖਸ ਦੇ ਨਾਲ ਜੋ ਡੋਰਵਲ ਲਸਾਲ ਰਾਈਡਿੰਗ ਤੋਂ ਮੈਂਬਰ ਪਾਰਲੀਮੈਂਟ ਹਨ। ਸਿਆਸਤ ਦੇ ਨਾਲ ਉਹਨਾਂ ਦਾ ਲਗਾਵ 13 ਸਾਲ ਦੀ ਉਮਰ ਤੋਂ ਹੀ ਸਾਹਮਣੇ ਆ ਗਿਆ ਸੀ। She was born and raised in Montreal. She is the first Canadian Sikh to practice law in Quebec. Also, she is the first person of South Asian community to be elected as a member parliament from the province of Quebec. जी हाँ, ਅਸੀਂ ਗੱਲ ਕਰ ਰਹੇ ਹਾਂ ਮੈਂਬਰ ਪਾਰਲੀਮੈਂਟ ਅੰਜੂ ਢਿੱਲੋਂ ਦੀ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਪੀਟੀਸੀ ਪੰਜਾਬੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਹੈਵਿੰਗ ਮੀ। Starting with your profile, by profession you are a lawyer, but now we see you as a member parliament. ਤੁਹਾਡਾ ਪੋਲਿਟਿਕਸ ਦੇ ਵਿੱਚ ਜੋ ਹੈ ਇੰਟਰਸਟ ਕਿਸ ਤਰ੍ਹਾਂ ਬਣਿਆ? ਮੈਂ ਬਹੁਤ ਛੋਟੀ ਉਮਰ ਤੋਂ ਚਾਹੁੰਦੀ ਸੀਗੀ ਮੈਂਬਰ ਆਫ ਪਾਰਲੀਮੈਂਟ ਬਣਨਾ। ਮੈਂ ਜਿਹੜੀ ਰਾਈਡਿੰਗ 'ਚ ਗਰੋ ਅਪ ਹੋਈ ਉੱਥੇ ਪਾਲ ਮਾਰਟਨ ਸੀਗੇ ਮੈਂਬਰ ਆਫ ਪਾਰਲੀਮੈਂਟ, ਅਤੇ ਅਸੀਂ ਫਸਟ ਟਾਈਮ ਜਦੋਂ ਮੈਂ ਵੋਲੰਟੀਅਰ ਕੀਤਾ ਉਹਦੇ ਨਾਲ ਮੇਰੀ 13 years of age ਸੀਗੀ। ਐਂਡ ਉਹਨਾਂ ਨੂੰ ਮੈਂ ਦੇਖਿਆ ਕਿੰਨੀ ਉਹ ਹੈਲਪ ਕਰਦੇ ਸੀਗੇ ਲੋਕਾਂ ਦੀ। ਐਂਡ ਤੁਹਾਨੂੰ ਪਤਾ ਹੀ ਹੈ ਜਿੱਦਾਂ ਸਾਡਾ ਸਿੱਖ ਧਰਮ ਆ, ਸਾਡਾ ਕਲਚਰ ਆ, ਉਹ ਸਾਨੂੰ ਸਿਖਾਉਂਦਾ ਦੂਸਰਿਆਂ ਦੀ ਹੈਲਪ ਕਰੋ, ਜਿਹੜਾ ਕੋਈ ਮੁਸੀਬਤ 'ਚ ਟਰਾਈ ਕਰੋ ਉਹਨੂੰ ਕੱਢਣ ਦੀ। ਸੋ ਮੇਰੇ ਵੈਲਿਊਜ਼ ਆਪ ਹੀ ਰਹੇ ਆ। ਛੋਟੀ ਹੁੰਦੀ ਤੋਂ ਹੀ ਮੇਰਾ ਕੁਦਰਤੀ ਵੀ ਜੀ ਕਰਦਾ ਰਿਹਾ ਮੈਂ ਹੋਰਨਾਂ ਦੀ ਹੈਲਪ ਕਰਾਂ। ਐਂਡ ਦੈਨ ਜਦੋਂ ਮੈਂ ਪਾਲ ਮਾਰਟਨ ਹੋਣਾ ਨੂੰ ਦੇਖਦੀ ਹੁੰਦੀ ਸੀ ਇਸ ਤਰ੍ਹਾਂ ਕਰਦਿਆਂ ਨੂੰ, ਅਤੇ ਮੈਂ ਬਹੁਤ ਮੋਟੀਵੇਟ ਹੋਈ ਅਤੇ ਫਿਰ ਮੈਂ ਉਹਨਾਂ ਨਾਲ ਵੋਲੰਟੀਅਰ ਵਰਕ ਕਰਨਾ ਸ਼ੁਰੂ ਕੀਤਾ। ਔਰ 14 ਸਾਲ ਦੀ ਉਮਰ ਦੇ ਵਿੱਚ ਮੈਂ ਫॉर द ਫਸਟ ਟਾਈਮ ਵਾਈਸ ਪ੍ਰੈਜ਼ੀਡੈਂਟ ਫੀਮੇਲ ਯੂਥ ਬਣੀ ਸੀਗੀ। ਐਂਡ ਦੈਨ ਮੇਰਾ ਉਦੋਂ ਤੋਂ ਹੀ ਇੰਟਰਸਟ ਰਿਹਾ। ਸੋ ਮੈਂ ਆਲਵੇਜ਼ ਉਹਨਾਂ ਨਾਲ ਜੁੜੀ ਰਹੀ। ਅਤੇ ਜਦੋਂ ਫਿਰ ਪ੍ਰਾਈਮ ਮਿਨਿਸਟਰ ਬਣੇ ਉਸ ਟਾਈਮ ਦੇ ਉੱਤੇ ਵੀ ਬਹੁਤ ਐਕਸਾਈਟਿੰਗ ਟਾਈਮ ਸੀਗਾ। ਅਸੀਂ ਉਦੋਂ ਵੀ ਹਿਸਟਰੀ ਚੇਂਜ ਕੀਤੀ ਕਿਉਂਕਿ ਸਾਡੀ ਰਾਈਡਿੰਗ ਦਾ MP ਹੀ ਬਿਕੇਮ ਅ ਪ੍ਰਾਈਮ ਮਿਨਿਸਟਰ। ਅਤੇ ਮੈਂ ਆਲਵੇਜ਼ ਆਪਣੇ ਆਪ ਨੂੰ ਕਿਹਾ ਸੀਗਾ ਮੈਂ ਇੱਕ ਦਿਨ ਜੋ ਪਾਲ ਮਾਰਟਨ ਕਰ ਰਹੇ ਆ ਮੈਂ ਵੀ ਇਹੀ ਕੰਮ ਕਰਾਂਗੀ। ਜੀ, ਐਂਡ ਅਸੀਂ ਦੇਖਿਆ ਕਿ ਤੁਸੀਂ ਹਮੇਸ਼ਾ ਤੋਂ ਹੀ ਜੋ ਹੈ ਕਮਿਊਨਿਟੀ ਦੇ ਨਾਲ ਕਾਫੀ ਇਨਵੋਲਵ ਰਹੇ ਹੋ, ਚਾਹੇ ਵੋਲੰਟੀਅਰਿੰਗ ਹੋਏ ਜਾਂ ਕੋਈ ਪਬਲਿਕ ਸਰਵਿਸ ਹੋਏ। ਕਿਸ ਤਰ੍ਹਾਂ ਜੋ ਹੈ ਤੁਸੀਂ ਇਹ ਸਾਰਾ ਕੁਝ ਹੈਂਡਲ ਕਰਦੇ ਹੋ? ਬੀਇੰਗ ਅ ਮੈਂਬਰ ਪਾਰਲੀਮੈਂਟ ਵੀ ਤੁਸੀਂ ਇਸ ਚੀਜ਼ ਨੂੰ ਕੰਟੀਨਿਊ ਰੱਖਿਆ ਹੋਇਆ ਹੈ। ਹਾਂਜੀ, ਫਸਟ ਆਫ ਆਲ ਮੈਂ ਸ਼ੁਰੂ ਕੀਤਾ ਸੀਗਾ ਆਪਣੇ ਮਦਰ ਫਾਦਰ ਦੇ ਨਾਲ। ਉਹਨਾਂ ਨੇ ਮੈਨੂੰ ਸਿਖਾਇਆ ਸੀ ਕਮਿਊਨਿਟੀ ਨਾਲ ਜੁੜਨਾ ਬਹੁਤ ਜ਼ਰੂਰੀ ਆ, ਗੁਰਦੁਆਰਾ ਸਾਹਿਬ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ। ਜਿਹੜੇ ਤੁਹਾਡੇ ਰੂਟਸ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੋਂ ਆਏ, ਤੁਸੀਂ ਕੌਣ ਆ। ਐਂਡ ਆਲਵੇਜ਼ ਸਾਨੂੰ ਘਰੇ ਮਦਰ ਫਾਦਰ ਨੇ, ਮੇਰੇ ਗ੍ਰੈਂਡ ਪੇਰੈਂਟ ਵੀ ਨਾਲ ਰਹਿੰਦੇ ਹੁੰਦੇ ਸੀਗੇ। ਤੁਹਾਨੂੰ ਪਤਾ ਹੀ ਆ ਮੋਸਟ ਇਮੀਗ੍ਰੈਂਟ ਫੈਮਲੀਜ਼ ਜਿਹੜੀਆਂ ਆ ਨਾਨਾ ਨਾਨੀ ਆ ਦਾਦਾ ਦਾਦੀ ਨਾਲ ਪਾਲਦੇ ਆ ਕਿਉਂਕਿ ਜਦੋਂ ਮੋਮ ਡੈਡ ਕੰਮ 'ਤੇ ਜਾਂਦੇ ਆ। ਅਤੇ ਸਦਾ ਹੀ ਉਹਨਾਂ ਨੇ ਕਿਹਾ ਸੀ ਪੰਜਾਬੀ ਬੋਲਣੀ ਆ ਘਰ ਦੇ ਵਿੱਚ, ਆਪਣੇ ਧਰਮ ਦੇ ਨਾਲ ਕਲਚਰ ਦੇ ਨਾਲ ਜੁੜੋ, ਸਿੱਖ ਹਿਸਟਰੀ ਨੂੰ ਸਿੱਖੋ। ਸੋ ਅਸੀਂ ਗੁਰਦੁਆਰੇ ਬਹੁਤ ਜਾਂਦੇ ਰਹੇ। ਮੈਂ ਕੀਰਤਨ ਸਿੱਖਦੀ ਰਹੀ ਛੋਟੀ ਹੁੰਦੀ, ਪੰਜਾਬੀ ਪੜ੍ਹਨੀ ਲਿਖਣੀ ਵੀ ਸਿੱਖੀ। ਔਰ ਮੈਂ ਫਿਰ ਜੁੜੀ ਰਹੀ ਅਤੇ ਮੇਰਾ ਪਿਆਰ ਬਹੁਤ ਹੈ ਕਮਿਊਨਿਟੀ ਦੇ ਨਾਲ, ਗੁਰਦੁਆਰੇ ਦੇ ਨਾਲ। ਇਸ ਕਰਕੇ ਮੈਨੂੰ ਲੱਗਦਾ ਨਹੀਂ ਜਿੱਦਾਂ ਕੋਈ ਐਕਸਟਰਾ ਬਰਡਨ ਜਾਂ ਕੋਈ ਵਾਧੂ ਕੰਮ ਆ। ਮੈਨੂੰ ਲੱਗਦਾ ਜਿੱਦਾਂ ਮੇਰਾ ਸਾਹ ਜਿੱਦਾਂ ਲੈਂਦੇ ਆ ਇਟਸ ਐਜ਼ ਈਜ਼ੀ ਐਜ਼ ਬਰੀਥਿੰਗ ਫॉर ਮੀ। ਕਮਿਊਨਿਟੀ ਨਾਲ ਜੁੜੇ ਰਹਿਣਾ ਔਰ ਗੁਰਦੁਆਰਾ ਸਾਹਿਬ ਦੇ ਨਾਲ। ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ ਕਿ ਅੰਜੂ ਢਿੱਲੋਂ ਜੀ ਬਹੁਤ ਸੋਹਣਾ ਕੀਰਤਨ ਕਰਦੇ ਨੇ। ਪਾਰਲੀਮੈਂਟ ਦੇ ਵਿੱਚ ਜਦੋਂ ਵਿਸਾਖੀ ਸੈਲੀਬ੍ਰੇਟ ਕੀਤੀ ਗਈ ਸੀ ਉਦੋਂ ਇਹਨਾਂ ਨੇ ਕੀਰਤਨ ਵੀ ਕੀਤਾ ਸੀ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਅਸੀਂ ਵੀ ਦੇਖ ਰਹੇ ਹਾਂ ਕਿ ਇਨਵੋਲਵਮੈਂਟ ਕਾਫੀ ਹੈ ਤੁਹਾਡੀ ਕਮਿਊਨਿਟੀ ਦੇ ਵਿੱਚ। ਆਈ ਥਿੰਕ ਤੁਹਾਡੇ ਰਾਹੀਂ ਰਾਈਡਿੰਗ ਦੇ ਜਿਹੜੇ ਤੁਹਾਡੇ ਲੋਕ ਨੇ ਉਹ ਆਪਣੀ ਆਵਾਜ਼ ਓਟਵਾ ਤੱਕ ਪਹੁੰਚਾ ਸਕਦੇ ਨੇ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਹੁਣ ਤੱਕ ਜੋ ਨੇ ਲੋਕੀ ਕਿਹੜੇ ਇਸ਼ੂਜ਼ ਤੁਹਾਡੇ ਕੋਲ ਲੈ ਕੇ ਆਏ ਨੇ? ਮੋਸਟਲੀ ਜਿਹੜੇ ਅਸੀਂ ਇਸ਼ੂਜ਼ ਦੇਖ ਰਹੇ ਐਂਡ ਇਕੱਲੇ ਇੰਡੀਅਨ ਕਮਿਊਨਿਟੀ ਦੇ ਨਹੀਂ, ਹੋਰਨਾਂ ਕਮਿਊਨਿਟੀਆਂ ਦੇ ਆ, ਅਫਰੀਕਨਾਂ ਦੇ ਬਹੁਤ ਦੇਖੇ। ਇਮੀਗ੍ਰੇਸ਼ਨ ਦੇ ਇਸ਼ੂ ਆ। ਮੈਨੂੰ ਲੱਗਦਾ ਜਿਹੜਾ 90% ਕੰਮ ਆ ਕਿਸੇ ਵੀ MP ਦੇ ਦਫ਼ਤਰ ਦੇ ਵਿੱਚ ਇਮੀਗ੍ਰੇਸ਼ਨ ਦਾ ਹੀ ਕੰਮ ਆ। ਕੋਈ ਨਾ ਕੋਈ ਮੁਸੀਬਤ ਪਈ ਹੁੰਦੀ ਆ। ਐਂਡ ਤੁਹਾਨੂੰ ਪਤਾ ਜਿਹੜੇ ਪਿਛਲੇ 10 ਸਾਲ ਬਹੁਤ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਆ ਟਫ ਕੀਤਾ ਗਿਆ ਸੀਗਾ, ਬਹੁਤ ਪਿੱਛੇ ਨੂੰ ਚਲੇ ਗਏ। ਲਿਬਰਲਾਂ ਨੇ ਬਹੁਤ ਐਡਵਾਂਸ ਕੀਤਾ ਸੀ ਬਟ ਇਹਨਾਂ ਨੇ ਲਾਸਟ ਗਵਰਨਮੈਂਟ ਨੇ ਉਹਨਾਂ ਨੂੰ ਰਿਵਾਈਂਡ ਕਰਕੇ ਅਤੇ ਜ਼ੀਰੋ ਦੇ ਉੱਤੇ ਲੈ ਆਂਦਾ ਸੀ। ਹੁਣ ਜਿਹੜੀਆਂ ਫਾਈਲਾਂ ਆ ਸਪੋਂਸਰਸ਼ਿਪ ਫਾਈਲਾਂ 6 ਮਹੀਨਿਆਂ 'ਚ ਅੱਗੇ ਕਲੀਅਰ ਹੋ ਜਾਂਦੀਆਂ ਸੀ, 2-2 ਸਾਲਾਂ ਦੀਆਂ ਕਈ ਸਟਕ ਹੋਈਆਂ ਪਈਆਂ ਨੇ। ਸੋ ਇਸ ਤਰ੍ਹਾਂ ਦੇ ਮਸਲੇ ਸਾਨੂੰ ਬਹੁਤ ਹੱਲ ਕਰਨੇ ਪੈ ਰਹੇ ਆ। ਬਾਕੀ ਜਿੱਦਾਂ ਇਨਵਾਇਰਨਮੈਂਟ, ਇਕੋਨਮੀ, ਇਹ ਵਾਲੀਆਂ ਬਾਕੀ ਦੀਆਂ ਗੱਲਾਂ ਅਬਾਊਟ 10% ਕੰਮ ਆਉਂਦਾ ਆ ਰਾਈਡਿੰਗ ਆਫਿਸ 'ਚ। ਜੀ, ਤੇ ਦੇਖਿਆ ਜਾਏ ਇਲੈਕਸ਼ਨ ਕੈਂਪੇਨ ਦੇ ਦੌਰਾਨ ਹਰ ਇੱਕ ਕੈਂਡੀਡੇਟ ਦੀ ਜੋ ਹੈ ਆਪਣੀ ਇੱਕ ਲਿਸਟ ਹੁੰਦੀ ਹੈ, ਟੂ ਡੂ ਲਿਸਟ, ਕਿ ਜਦੋਂ ਉਹਨੂੰ ਚਾਂਸ ਮਿਲਦਾ ਹੈ ਮੈਂਬਰ ਪਾਰਲੀਮੈਂਟ ਬਣਨ ਦਾ, ਥੀਸ ਆਰ ਦ ਪ੍ਰਾਇਓਰਿਟੀਜ਼ ਹੀ ਇਜ਼ ਗੋਨਾ ਗੋ ਥਰੂ। ਤੁਹਾਡੀ ਲਿਸਟ ਦੇ ਵਿੱਚ ਕਿਹੜੀ ਪ੍ਰਾਇਓਰਿਟੀਜ਼ ਸੀਗੀਆਂ ਅਤੇ ਹੁਣ ਤੱਕ ਜੋ ਹੈ ਤੁਸੀਂ ਆਪਣੀ ਰਾਈਡਿੰਗ ਦੇ ਲੋਕਾਂ ਲਈ ਕਿਹੜੇ ਸਟੈਪਸ ਲਏ ਨੇ? ਮੇਰੀ ਫਰਸਟ ਪ੍ਰਾਇਓਰਿਟੀ ਇਹ ਸੀਗੀ ਜਿਹੜੇ ਕਮਿਊਨਿਟੀ ਦੇ ਲੋਕ ਆ ਉਹਨਾਂ ਨੂੰ ਮਿਲਾਂ।
ਐਕਚੁਅਲੀ ਉਸ ਤੋਂ ਪਹਿਲਾਂ ਮੇਰੀ ਫਰਸਟ ਪ੍ਰਾਇੋਰਟੀ ਸੀ ਧੰਨਵਾਦ ਕਰਕੇ ਆਵਾਂ ਸਾਰੀਆਂ ਆਰਗੇਨਾਈਜੇਸ਼ਨਾਂ ਔਰ ਕਮਿਊਨਿਟੀਜ਼ ਦੀਆਂ ਜਿਨ੍ਹਾਂ ਨੇ ਸਪੋਰਟ ਕੀਤੀ ਇਲੈਕਸ਼ਨ ਦੇ ਵਿੱਚ, ਕਿਉਂਕਿ ਜਦੋਂ ਅਸੀਂ ਇਲੈਕਸ਼ਨ ਦੇ ਟਾਈਮ 'ਚ ਹੁੰਦੇ ਆਲਵੇਜ਼ ਅਸੀਂ ਉਹਨਾਂ ਨੂੰ ਜਾ ਕੇ ਹੈਲਪ ਮੰਗਦੇ ਹਾਂ ਐਂਡ ਦੈਨ ਨਾਟ ਆਲਵੇਜ਼ every MP returns to say thank you. So मैं ਕਿਹਾ ਸੀ ਮੇਰਾ ਪਹਿਲਾ ਇਹ ਕੰਮ ਹੋਗਾ ਜੇ ਮਹਾਰਾਜ ਕਿਰਪਾ ਕਰਨਗੇ ਤੇ ਮੈਂ ਇਲੈਕਸ਼ਨ ਜਿੱਤਾਂਗੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਕੇ ਆਵਾਂਗੀ। ਬਟ ਉਸ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਮੱਥਾ ਟੇਕਣ ਮਹਾਰਾਜ ਦਾ ਸ਼ੁਕਰਾਨਾ ਕਰਨ। I believe a lot in God, ਮੇਰਾ ਰੱਬ ਦੇ ਵਿੱਚ ਅੰਧਕੋਰ ਵਿਸ਼ਵਾਸ ਆ ਐਂਡ ਜੋ ਦੇਣ ਵਾਲਾ ਉਹੀ ਦੇਣ ਵਾਲਾ ਆ ਐਂਡ ਸਾਨੂੰ ਇਹ ਸਿਖਾਇਆ ਗਿਆ ਫੈਮਿਲੀ 'ਚ ਧਰਮ ਦੇ ਵਿੱਚ। ਪਰ ਮੇਰੀ ਆਪਣੀ ਵੀ ਪਰਸਨਲ ਬਿਲੀਫ ਬਣ ਗਈ ਬਿਕਾਜ਼ ਜਦੋਂ ਅਸੀਂ ਬੱਚੇ ਹੁੰਦੇ ਆ ਕਈ ਵਾਰੀ ਸਾਨੂੰ ਮਾਪੇ ਕਈ ਕੁਛ ਸਿਖਾਉਂਦੇ ਆ ਜਾਂ ਕਮਿਊਨਿਟੀ 'ਚ ਬਟ ਅਸੀਂ ਸਾਰਾ ਉਹ ਅਡੋਪਟ ਨਹੀਂ ਕਰਦੇ ਵੱਡੇ ਹੋ ਕੇ, ਬਟ ਦਿਸ ਇਜ਼ ਸਮਥਿੰਗ ਆਈ ਅਡੋਪਟ। ਸੋ ਦ ਥਰਡ ਥਿੰਗ ਆਈ ਡਿਡ ਇਜ਼ ਲੋਕਾਂ ਨੂੰ ਮਿਲਣਾ, ਜਿਹੜੇ ਕਮਿਊਨਿਟੀ ਦੇ ਵਿੱਚ ਆਰਗੇਨਾਈਜ਼ਰਾਂ ਦੇ ਜਿਹੜੇ ਹੈੱਡ ਆ ਉਹਨਾਂ ਨੂੰ ਮੈਂ ਮਿਲਦੀ ਰਹੀ ਹਾਂ। ਜੇ ਕੋਈ ਕੰਸਟੀਚੂਐਂਟ ਸੀਗੇ ਮੈਨੂੰ ਮਿਲਣਾ ਚਾਹੁੰਦੇ, ਕੋਈ ਬਹੁਤ ਪ੍ਰਾਈਵੇਟ ਮਸਲੇ ਉਹ ਕਈ ਵਾਰੀ ਸਟਾਫ ਨਾਲ ਨਹੀਂ ਗੱਲ ਕਰਨਾ ਚਾਹੁੰਦੇ, ਸੋ ਮੈਂ ਉਹਨਾਂ ਨਾਲ ਟਾਈਮ ਬਣਾ ਕੇ ਮਿਲਦੀ ਰਹੀ ਹਾਂ। ਸੋ ਇਹ ਮੈਂ ਕੰਟੀਨਿਊ ਰੱਖਾਂਗੀ। ਹੁਣ ਮੇਰੀ ਫਰਸਟ ਸਮਰ ਹੋਗੀ ਜਿੱਥੇ ਮੇਰਾ ਫ੍ਰੀ ਟਾਈਮ ਹੋਗਾ ਬਹੁਤ ਜ਼ਿਆਦਾ ਕਮਿਊਨਿਟੀ ਮੈਂਬਰਸ ਨੂੰ ਮਿਲਣ ਦਾ। ਔਰ ਆਲਸੋ ਮੈਂ ਪਾਰਲੀਮੈਂਟਰੀ ਸੈਕਟਰੀ ਹਾਂ ਸਟੇਟਸ ਆਫ ਵੂਮਨ ਜਿਹੜਾ ਪੋਰਟਫੋਲੀਓ ਉਹਦੇ ਵਿੱਚ, ਸੋ ਉਹਦੇ ਨਾਲ ਵੀ ਬਹੁਤ ਜ਼ਿਆਦਾ ਕੰਮ ਹੈਗਾ ਆ ਐਕਸਟਰਾ ਟੂ advance women's rights. So just recently ਆਪਾਂ national anthem ਜਿਹੜਾ ਆ ਅਸੀਂ ਬਦਲੇ ਆ 2 words instead of in all thy sons command in all of us command, ਇਸ ਨੂੰ ਅਸੀਂ gender neutral ਬਣਾ ਦਿੱਤਾ ਆ so women and men ਦੀ respect ਹੋਵੇ because women ਇਸ ਟਾਈਮ ਤੇ ਕੈਨੇਡਾ ਵਿੱਚ 51% of the population ਆ। ਜੀ ਡੈਫੀਨਿਟਲੀ ਬਿਕੋਜ਼ ਜਿਸ ਤਰ੍ਹਾਂ ਕਿ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਨੇ ਇਟਸ 2016 ਨਾਓ। ਯੈਸ ਐਬਸੋਲੂਟਲੀ। ਤੇ ਇਹ ਵੀ ਅਸੀਂ ਦੱਸਣਾ ਚਾਹਾਂਗੇ ਕਿ ਜਿਸ ਤਰ੍ਹਾਂ ਤੁਸੀਂ ਤੁਹਾਡੇ ਰਾਈਡਿੰਗ ਦੇ ਲੋਕਾਂ ਨੇ ਤੁਹਾਨੂੰ ਲਾਈਕ 55% ਦੇ ਵੋਟਾਂ ਦੇ ਨਾਲ ਜਿਤਾਇਆ, ਤੁਸੀਂ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੋ ਸਾਡੀ ਕਮਿਊਨਿਟੀ ਦੇ ਵਾਸਤੇ। ਯੂ ਆਰ ਦ ਫਰਸਟ ਸਿੱਖ ਕੈਨੇਡੀਅਨ ਟੂ ਪ੍ਰੈਕਟਿਸ ਲਾਅ ਇਨ ਕਿਊਬੈਕ, ਆਲਸੋ ਯੂ ਆਰ ਦ ਫਰਸਟ ਪਰਸਨ ਆਫ ਸਾਊਥ ਏਸ਼ੀਅਨ ਕਮਿਊਨਿਟੀ ਟੂ ਬੀਇੰਗ ਇਲੈਕਟਡ ਐਜ਼ ਅ ਮੈਂਬਰ ਪਾਰਲੀਮੈਂਟ ਫਰਮ ਦ ਪ੍ਰੋਵਿੰਸ ਆਫ ਕਿਊਬੈਕ। ਸਾਡੇ ਵਾਸਤੇ ਜੋ ਹੈ ਇੱਕ ਬਹੁਤ ਮਾਣ ਵਾਲੀ ਗੱਲ ਹੈ। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਮੈਂ ਉਹਨਾਂ ਦਾ ਧੰਨਵਾਦ ਕਰਦੀ ਜਿਨ੍ਹਾਂ ਨੇ ਆਪਣਾ ਫੇਥ ਮੇਰੇ ਵਿੱਚ ਰੱਖਿਆ ਬਿਕਾਜ਼ ਕਿਊਬੈਕ ਥੋੜ੍ਹਾ ਡਿਫਰੈਂਟ ਆ ਬਾਕੀ ਪ੍ਰੋਵਿੰਸਿਸ ਦੇ ਨਾਲੋਂ। we could say a little bit less open culturally, but ਫਿਰ ਵੀ ਸਾਰਿਆਂ ਨੇ ਮੇਰੇ ਵਿੱਚ ਟਰਸਟ ਪਾਇਆ। ਸਾਡੇ ਪ੍ਰਾਈਮ ਮਿਨਿਸਟਰ ਦੇ ਵਿੱਚ ਉਹਨਾਂ ਦਾ ਟਰਸਟ ਸੀਗਾ। ਜਿੰਨੀ ਵੀ ਨੈਗੇਟਿਵਿਟੀ ਹੋਈ ਆ ਜਾਂ ਉਹਦੇ ਅਗੇਂਸਟ ਗਲਤ ਫਲਤ ਜਸਟਿਨ ਟਰੂਡੋ ਉਹਨਾਂ ਦੇ ਅਗੇਂਸਟ ਗੱਲਾਂ ਕੀਤੀਆਂ ਗਈਆਂ ਕੈਂਪੇਨ ਵੇਲੇ, ਉਹ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇ। ਉਹਨਾਂ ਨੇ ਕਦੀ ਨਹੀਂ ਕਿਸੇ ਦੀ ਬਦਖੋਈ ਕੀਤੀ, ਨੈਗੇਟਿਵ ਕਮੈਂਟਸ ਦਿੱਤੇ ਉਹਨਾਂ ਬਾਰੇ। ਉਹਨਾਂ ਨੇ ਆਪਣਾ ਜਸਟ ਇੱਕ ਸਟ੍ਰੇਟ ਰੱਖਿਆ ਸੀਗਾ ਦੈਟ ਮੈਂ ਪੋਜ਼ੀਟਿਵ ਕੰਮ ਕਰਨੇ ਆ ਤੇ ਜੋ ਮੇਰੀ ਬਿਲੀਫ ਸੀਗੀ ਐਂਡ ਪਰਿਵਾਰ ਦਾ ਬਹੁਤ ਸਾਥ ਸੀਗਾ ਇਲੈਕਸ਼ਨ 'ਚ। ਪਰਿਵਾਰ ਤੋਂ ਬਿਨਾਂ ਤੁਸੀਂ ਜਾਂ ਗੁੱਡ ਫਰੈਂਡਸ ਤੋਂ ਬਿਨਾਂ ਨਹੀਂ ਇਲੈਕਸ਼ਨ ਲੜ ਸਕਦੇ, ਇੱਕ ਬੰਦੇ ਦਾ ਕੰਮ ਨੇਗਾ ਤੇ ਬਾਕੀ ਵੋਟਰਾਂ ਦੇ ਹੱਥ ਵਿੱਚ ਸੀ ਐਂਡ ਲਾਈਕ ਆਈ ਸੈਡ ਮਹਾਰਾਜ ਦੇ ਹੱਥ ਵਿੱਚ। ਜੀ ਗੱਲਬਾਤ ਸਾਡੀ ਇਸੇ ਤਰ੍ਹਾਂ ਜਾਰੀ ਰਹੇਗੀ ਪਰ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਵਾਪਸ ਆਉਂਦੇ ਹਾਂ। ब्रेक तो बाद थोड़े सारे का एक बार फिर तो स्वागत है। As we were actually talking about your profile and your achievements, Prime Minister Justin Trudeau ਵੱਲੋਂ ਵੀ ਤੁਹਾਨੂੰ ਇੱਕ special recognition ਦਿੱਤੀ ਗਈ ਹੈ। Out of 35 parliamentary secretaries, he tagged 2 of the member parliaments for their special role and ਉਹਨਾਂ ਵਿੱਚੋਂ ਤੁਸੀਂ ਇੱਕ ਸੀਗੇ। ਹਾਂਜੀ, ਇੱਕ ਹੈਗੇ ਆ ਜਿਹੜੇ ਯੂਥ ਦੇ ਪਾਰਲੀਮੈਂਟਰੀ ਸੈਕਟਰੀ ਆ ਉਹਨਾਂ ਬਾਰੇ ਸੀ ਤੇ ਜੋ ਸਟੇਟਸ ਆਫ ਵੂਮਨ ਦੀ ਮੈਂ ਪਾਰਲੀਮੈਂਟਰੀ ਸੈਕਟਰੀ ਆ ਉਹਨਾਂ ਨੇ ਫਿਰ ਇਸ ਕਰਕੇ ਟੈਗ ਕੀਤਾ ਕਿ ਜਿਹੜਾ ਸਾਡਾ ਮਿਸ਼ਨ ਆ ਲਿਬਰਲ ਪਾਰਟੀ ਦਾ ਇੱਕ ਬਿਗ ਮਿਸ਼ਨ ਆ ਕਿ ਜਿਹੜੀ ਜੈਂਡਰ ਇਕੁਐਲਿਟੀ ਆ ਉਹ ਅਕ੍ਰੋਸ ਕੈਨੇਡਾ ਹਰ ਇੱਕ ਸਫੀਅਰ ਸਪੈਸ਼ਲੀ ਜਿਹੜਾ ਫੈਡਰਲ ਸਾਈਡ ਆ ਉਹਦੇ ਵਿੱਚ ਬਰਾਬਰਤਾ ਹੋਏ ਮੈਨ ਐਂਡ ਵੂਮਨ ਦੀ। ਜੀ ਇਸ ਦੇ ਨਾਲ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਕਿ ਬਾਈ ਪ੍ਰੋਫੈਸ਼ਨ ਯੂ ਆਰ ਅ ਲਾਇਰ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੁਆਲੀਫਿਕੇਸ਼ਨ ਜਾਂ ਫਿਰ ਜਿਹੜਾ ਤੁਹਾਡਾ ਪਾਸਟ ਐਕਸਪੀਰੀਅੰਸ ਹੈ ਉਹ ਤੁਹਾਨੂੰ ਐਜ਼ ਅ ਮੈਂਬਰ ਪਾਰਲੀਮੈਂਟ ਹੈਲਪਫੁਲ ਹੈਗਾ? ਬਹੁਤ ਜ਼ਿਆਦਾ ਹੈਲਪਫੁਲ ਆ ਕਿਉਂਕਿ ਜਦੋਂ ਤੁਸੀਂ ਲਾਅ ਦੀ ਟ੍ਰੇਨਿੰਗ ਲੈਂਦੇ ਆ ਤੁਹਾਡਾ ਸੋਚਣ ਦਾ ਇੱਕ ਤਰੀਕਾ ਹੀ ਅਲੱਗ ਹੋ ਜਾਂਦਾ ਆ। ਤੁਸੀਂ ਸੋਚਦੇ ਆ ਇੱਕ ਗੱਲ ਹੀ ਨਹੀਂ ਸੋਚਦੇ ਹਾਂ ਆਹ ਸਹੀ ਆ ਜਾਂ ਆਹ ਹੋਣਾ ਚਾਹੀਦਾ ਆ। ਤੁਸੀਂ ਜਿਹੜੀ ਆਪਣੀ ਓਪੀਨੀਅਨ ਆ, ਤੁਹਾਡੀ ਓਪੀਨੀਅਨ ਇੱਕ ਅਲੱਗ ਚੀਜ਼ ਆ, ਪਰ ਜਿਹੜਾ ਰਾਈਟ ਕੰਮ ਆ, ਜਿਹੜਾ ਕਾਨੂੰਨੀ ਕੰਮ ਆ
ਉਹ ਇੱਕ ਹੋਰ ਆ ਸੋ ਜਿਹੜੀ ਤੁਹਾਡੀ ਓਪੀਨੀਅਨ ਆ ਮੇਬੀ ਇਟਸ ਡਿਫਰੈਂਟ ਜਿਹੜਾ ਕਾਨੂੰਨੀ ਕੰਮ ਆ ਜਾਂ ਲੀਗਲ ਥਿੰਗ ਆ ਉਹਦੇ ਨਾਲੋਂ ਬਿਲਕੁਲ ਡਿਫਰੈਂਟ ਸੋ ਲੈਟਸ ਸੇ ਸਾਡਾ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਆ ਜੇ ਕੋਈ ਲਾਅ ਪਾਸ ਹੋ ਰਿਹਾ ਆ ਤੇ ਉਹਦੇ ਖਿਲਾਫ ਜਾ ਰਿਹਾ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੇ what you would do is measure ਕਿ ਇਹ ਪਾਸ ਹੋਏਗਾ ਕਿਸੇ ਦਿਨ ਜੇ ਸੁਪਰੀਮ ਕੋਰਟ ਦੇ ਵਿੱਚ ਜਾਂ ਕੋਰਟ ਦੇ ਵਿੱਚ ਹੀ ਜਾਂਦਾ ਆ ਮਸਲਾ ਇਹ ਪਾਸ ਹੋਏਗਾ ਇਹ ਬੇਇਨਸਾਫੀ ਤਾਂ ਨਹੀਂ ਲਾਅ ਕਰ ਰਿਹਾ ਕਿਸੇ ਵਾਸਤੇ ਸੋ ਇਹ ਬਹੁਤ ਗੱਲਾਂ ਸੋਚਣੀਆਂ ਪੈਂਦੀਆਂ ਐਂਡ ਐਜ਼ ਅ ਲਾਇਰ ਮੈਂ ਟ੍ਰੇਨ ਹੋਈ ਸੀਗੀ ਮੈਂ ਕ੍ਰਿਮੀਨਲ ਪੀਨਲ ਲਾਅ ਪ੍ਰੈਕਟਿਸ ਕੀਤਾ ਤੇ ਫੈਮਿਲੀ ਲਾਅ ਤੇ ਜਿਹੜਾ ਕ੍ਰਿਮੀਨਲ ਪੀਨਲ ਲਾਅ ਉਹਦੇ ਵਿੱਚ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਬਹੁਤ ਯੂਜ਼ ਕੀਤਾ ਜਾਂਦਾ ਆ ਐਂਡ ਇਹ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਆ ਇਹ ਪੀਅਰ ਐਲੀਅਟ ਟਰੂਡੋ ਜਿਹੜੇ ਜਸਟਿਨ ਟਰੂਡੋ ਦੇ ਫਾਦਰ ਆ ਉਹਨਾਂ ਦੇ ਅੰਡਰ ਆਇਆ ਸੀਗਾ ਐਂਡ ਇਹ ਜਿਹੜਾ ਚਾਰਟਰ ਆ ਇੱਕ ਕਹਿ ਲਓ ਇੱਕ ਤੋਹਫਾ ਸੀਗਾ ਇੱਕ ਟ੍ਰੈਜਰ ਸੀਗਾ ਬਿਕਾਜ਼ ਹਰ ਇੱਕ ਦੇ ਰਾਈਟਸ ਪ੍ਰੋਟੈਕਟ ਹੁੰਦੇ ਮੈਨ ਵੂਮਨ ਮਾਈਨੋਰਿਟੀਜ਼ ਰਿਲੀਜੀਅਸ ਜਿਹੜੇ ਤੁਹਾਡੇ ਰਾਈਟਸ ਧਾਰਮਿਕ ਰਾਈਟ ਆ ਇਹ ਸਾਰੇ ਚਾਰਟਰ ਦੇ ਅੰਦਰ ਪ੍ਰੋਟੈਕਟ ਹੁੰਦੇ ਸੋ ਜੇ ਕੋਈ ਗਵਰਨਮੈਂਟ ਗਲਤ ਲਾਅ ਪਾਸ ਕਰਨ ਦੀ ਟਰਾਈ ਕਰਦੀ ਆ ਉਹ ਜਿਹੜਾ ਕੋਰਟ ਆ ਉਹਨੂੰ ਆਟੋਮੈਟਿਕਲੀ ਲਾਅ ਨੂੰ ਨੇਲ ਕਰ ਦਿੰਦਾ ਆ ਜੀ ਇੱਥੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲ ਸਰਕਾਰ ਦੇ ਕੁੱਲ 184 ਮੈਂਬਰ ਪਾਰਲੀਮੈਂਟ ਸਨ ਜਿਨ੍ਹਾਂ ਵਿੱਚੋਂ 47 ਹੈਜ਼ ਅ ਲਾਇਰ ਡਿਗਰੀ Oh wow, yes. That's amazing. It's I think naturally link ਹੈਗਾ lawyer ਦਾ and ਜਿਹੜੇ member of parliament ਆ ਜਾਂ ਜਿਹੜਾ ਕੋਈ politics interest ਲੈਂਦਾ because ਸਾਡਾ ਕੰਮ ਹੀ legislator ਦਾ ਆ ਸਾਡਾ ਕੰਮ ਹੀ law ਬਣਾਉਣਾ ਆ ਸੋ ਤੁਹਾਡਾ ਮਾਈਂਡ ਕੁਦਰਤੀ ਉਧਰ ਨੂੰ ਜਾਣ ਲੱਗ ਪੈਂਦਾ ਮੇਰਾ ਸ਼ੁਰੂ ਹੋਇਆ ਸੀਗਾ ਕਿ ਮੈਂ ਦੂਸਰਿਆਂ ਦੀ ਹੈਲਪ ਕਰਨੀ ਤੇ ਮੈਂ ਪਾਲ ਮਾਰਟਨ ਹੋਣਾ ਨੂੰ ਦੇਖਦੀ ਸੀ ਹੈਲਪ ਕਰਦਿਆਂ ਨੂੰ ਤੇ ਮੈਂ ਕਿਹਾ ਮੈਂ ਵੀ ਕਰਨੀ ਬਟ ਉਹ ਵੀ ਲਾਇਰ ਸੀਗੇ ਬਾਈ ਟ੍ਰੇਨਿੰਗ ਐਂਡ ਦੈਨ ਫਿਰ ਮੈਂ ਲਾਇਰ ਤਾਂ ਬਣੀ ਸੀਗੀ ਕਿਉਂਕਿ ਮੇਰੇ ਕੋਲ ਚਾਂਸ ਸੀ ਰਾਈਟ ਵੇ ਲੋਕਾਂ ਦੀ ਹੈਲਪ ਕਰਨ ਦਾ ਸੋ ਬਟ ਮੇਰਾ ਸੁਪਨਾ ਆਲਵੇਜ਼ ਰਿਹਾ ਮੈਂ ਕਿਸੇ ਦਿਨ ਮੈਂਬਰ ਆਫ ਪਾਰਲੀਮੈਂਟ ਬਣਨਾ ਕਿਸ ਤਰ੍ਹਾਂ ਲੱਗਦਾ ਹੈ ਜਦੋਂ ਤੁਹਾਨੂੰ ਯੂ ਫੀਲ ਕਿ ਅੱਜ ਤੁਹਾਡਾ ਸੁਪਨਾ ਪੂਰਾ ਹੋ ਗਿਆ ਹੈ ਮੈਂ ਜਿੱਦਣ ਪਹਿਲੇ ਦਿਨ ਗਈ ਪਾਰਲੀਮੈਂਟ ਦੇ ਵਿੱਚ ਮੈਂ ਅੰਦਰ ਗਈ ਤੇ ਮੈਂ ਕਿਹਾ ਵਾਹਿਗੁਰੂ ਤੇਰਾ ਸ਼ੁਕਰ ਆ ਮੈਂ ਕਿੱਥੇ ਆ ਗਈ ਆ ਕਿੱਥੇ ਤੁਸੀਂ ਮਹਾਰਾਜ ਪਹੁੰਚਾਤਾ ਮੈਨੂੰ ਇਹ ਮਿਹਨਤ ਦਾ ਵੀ ਫਲ ਆ ਪਰ ਬਾਕੀ ਤੁਹਾਡੀ ਕਿਸਮਤ ਵੀ ਹੁੰਦੀ ਆ ਐਂਡ ਮੈਂ ਬਹੁਤ ਕਿਸਮਤ ਵਾਲੀ ਆ ਦੈਟ ਮੈਂ ਸੇਵਾ ਕਰ ਸਕਦੀ ਆ ਮੈਂ ਲੋਕ ਸੇਵਾ ਕਰ ਸਕਦੀ ਆ ਤੇ ਜਿਹੜਾ ਇਹ ਸੁਪਨਾ ਪੂਰਾ ਹੋਇਆ ਆ ਮੈਂ ਕੁਝ Definitely, yeah, we can understand. And moving back to your constituency thing, ਕਿਹੜੇ ਜੋ ਹੈ issues ਤੁਹਾਡੀ constituency ਦੇ ਵਿੱਚ ਹੁਣ ਤੱਕ ਆਏ ਨੇ ਸਾਡੀ ਲਾਈਕ ਆਈ ਸੈਡ ਇਮੀਗ੍ਰੇਸ਼ਨ ਦੇ ਬਹੁਤ ਮਸਲੇ ਸੀਗੇ ਪਰ ਕਈਆਂ ਦੇ ਜਿੱਦਾਂ ਈਵਨ ਕਈ ਲੋਕਾਂ ਨੂੰ ਮੈਂਟਲ ਪ੍ਰੋਬਲਮਸ ਹੈਗੀਆਂ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਿੱਥੇ ਜਾਈਏ ਸੋ ਅਸੀਂ ਉਹਨਾਂ ਨੂੰ ਗੁੱਡ ਡਾਇਰੈਕਸ਼ਨ ਦੇ ਵਿੱਚ ਭੇਜਦੇ ਆ ਕਈ ਲੋਕ ਪ੍ਰੋਵਿੰਸ਼ੀਅਲ ਮਿਊਨਿਸਪਲ ਮਸਲਿਆਂ ਨੂੰ ਮਿਕਸ ਕਰ ਦਿੰਦੇ ਆ ਸੋ ਆਲਵੇਜ਼ ਮੈਂ ਸਟਾਫ ਨੂੰ ਸਮਝਾਇਆ ਆ ਜਦੋਂ ਮੈਂ ਨਹੀਂ ਹੈਗੀ ਤੁਸੀਂ ਮੇਰੇ ਫੇਸ ਆ ਇੱਥੇ ਤੁਸੀਂ ਮੇਰੀ ਆਵਾਜ਼ ਆ ਇੱਥੇ ਆਈ ਆਲਵੇਜ਼ ਵਾਂਟ ਯੂ ਟੂ ਟ੍ਰੀਟ ਐਵਰੀਬਡੀ ਬਹੁਤ ਰਿਸਪੈਕਟ ਦੇ ਨਾਲ ਇਹ ਬਹੁਤ ਜ਼ਰੂਰੀ ਗੱਲ ਆ ਕਿਉਂਕਿ ਅਸੀਂ ਸੇਵਾਦਾਰ ਆ ਲੋਕਾਂ ਦੇ ਵੀ ਆਰ ਨਾਟ ਦੇਅਰ ਬਿਕਾਜ਼ ਅਸੀਂ ਦਫ਼ਤਰ ਖੋਲ੍ਹਿਆ ਆਪ ਖੋਲ੍ਹਿਆ ਇਹ ਸਾਨੂੰ ਇੱਕ ਪ੍ਰਿਵਿਲੇਜ ਦਿੱਤਾ ਗਿਆ ਆ ਐਂਡ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ ਕਿ ਹਰ ਇੱਕ ਬੰਦੇ ਨੂੰ ਬਹੁਤ ਰਿਸਪੈਕਟ ਨਾਲ ਟ੍ਰੀਟ ਕੀਤਾ ਜਾਵੇ ਬਟ ਜਿਹੜੇ ਮਸਲੇ ਆ ਤਰ੍ਹਾਂ ਦੇ ਮਸਲੇ ਇਨਵਾਇਰਨਮੈਂਟ ਐਕਨੋਮਿਕ ਪਰਸਨਲ ਮੈਟਰਸ ਕਈ ਲੋਕੀ ਇੰਨੇ ਗੁੰਮਰਾਹ ਹੋਏ ਪਏ ਆ ਉਹਨਾਂ ਨੂੰ ਸਿੱਧੇ ਰਸਤੇ 'ਤੇ ਪਾਈਦਾ ਆ ਬਟ ਮੋਸਟਲੀ ਇਮੀਗ੍ਰੇਸ਼ਨ ਜੀ ਅਸੀਂ ਗੱਲਬਾਤ ਦਾ ਸਿਲਸਿਲਾ ਇੱਥੇ ਜਾਰੀ ਰੱਖਾਂਗੇ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਤੋਂ ਬਾਅਦ ਜਲਦ ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਗੱਲ ਕਰਦੇ ਹਾਂ ਕੁਝ ਫੈਡਰਲ ਇਸ਼ੂਜ਼ ਦੀ ਜਿਸ ਤਰ੍ਹਾਂ ਹੁਣੇ ਜੋ ਹੈ ਲਿਬਰਲ ਸਰਕਾਰ ਵੱਲੋਂ ਨੈਸ਼ਨਲ ਐਂਥਮ ਨੂੰ ਜੋ ਹੈ ਨਿਊਟਰਲ ਜੈਂਡਰ ਨਿਊਟਰਲ ਬਣਾ ਦਿੱਤਾ ਗਿਆ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਸੀਗੀ ਜਨਰਲ ਨਿਊਟਰਲ ਬਣਾਉਣਾ ਆਪਣੇ ਨੈਸ਼ਨਲ ਐਂਥਮ ਨੂੰ ਬਿਕਾਜ਼ ਪਹਿਲਾਂ ਸਿਰਫ ਸਨਸ ਮੈਂਸ਼ਨ ਕਰਦੇ ਸੀਗੇ ਜਿਹੜੇ ਬੇਟੇ ਆ ਬਟ ਜਿਹੜੀਆਂ ਕੰਟਰੀਬਿਊਸ਼ਨਾਂ ਔਮਨ ਦੀਆਂ ਆ ਲੇਡੀਜ਼ ਦੀਆਂ ਆ ਕੈਨੇਡਾ ਦੇ ਵਿੱਚ ਕੈਨੇਡੀਅਨ ਹਿਸਟਰੀ ਦੇ ਵਿੱਚ ਉਹ ਜਿਹੜੀਆਂ ਆ ਉਹ ਫਿਰ ਇਹਦਾ ਮਤਲਬ ਉਹ ਗਿਣਤੀ 'ਚ ਨਹੀਂ ਆਉਂਦੀਆਂ ਤੇ ਬਹੁਤ ਚਿਰਾਂ ਤੋਂ ਟਰਾਈ ਕਰ ਰਹੇ ਸੀਗੇ ਪਾਸ ਕਰਨ ਦੀ ਨੈਸ਼ਨਲ ਐਂਥਮ ਜਿਹੜਾ ਕਿ ਜੈਂਡਰ ਨਿਊਟਰਲ ਹੋਵੇ ਸੋ ਵੀ ਵਰ ਏਬਲ ਟੂ ਡੂ ਦੈਟ ਐਂਡ ਇਸ ਦੇ ਨਾਲ ਬਹੁਤ ਇੱਕ ਬਿਗ ਚੇਂਜ ਆਈ ਆ ਐਂਡ ਜ਼ਿਆਦਾ ਰਿਸਪੈਕਟ ਆਈ ਆ ਜਿਹੜੀ I think Canada ਦੀ ਵੀ on the international scene Canada is even more up there when it comes to respecting women. Definitely. ਇਸੇ ਤਰ੍ਹਾਂ ਜੇ ਅਸੀਂ ਡਾਕਟਰ ਅਸਿਸਟਡ ਡੈਥ ਬਿੱਲ ਦੀ ਗੱਲ ਕਰੀਏ
ਹਾਊਸ ਆਫ ਕਾਮਨਸ ਦੇ ਵਿੱਚੋਂ ਫਾਈਨਲੀ ਪਾਸ ਹੋ ਕੇ ਸੈਨੇਟ ਵਿੱਚ ਗਿਆ। ਸੈਨੇਟ ਵੱਲੋਂ ਵੀ ਉਸ ਨੂੰ ਪਾਸ ਕਰ ਦਿੱਤਾ ਗਿਆ 44-28 ਦੇ ਵੋਟਸ ਦੇ ਫਰਕ ਦੇ ਨਾਲ। लेकिन एज पर द रिपोर्ट्स जो है जनवरी तो लैके हुण तक अराउंड 35 कैनेडियंस हैव रिक्वेस्टेड डॉक्टर असिस्टेड डेथ। जी ਜਿਹੜਾ ਇਹ ਮਸਲਾ ਆ ਵੈਰੀ ਇਮੋਸ਼ਨਲ ਇੱਕ ਮਸਲਾ ਆ। ਕਈ ਬਿਲਕੁਲ ਨਹੀਂ ਚਾਹੁੰਦੇ, ਕਈ ਚਾਹੁੰਦੇ ਆ ਕਿ ਜਿਹੜਾ ਬਿੱਲ ਆ ਈਵਨ ਮੋਰ ਫਰਦਰ ਜਾਵੇ, ਬਟ ਫਿਰ ਵੀ ਸਾਡੀ ਸਰਕਾਰ ਨੇ ਕਿਹਾ ਵੀ ਆਰ ਗੋਇੰਗ ਟੂ ਮੇਕ ਅ ਬੈਲੈਂਸ ਜਿੱਥੇ ਅਸੀਂ ਐਟਲੀਸਟ ਪੇਸ਼ੈਂਟ ਨੂੰ ਚਾਂਸ ਦਿੰਨੇ ਤੇ ਡਾਕਟਰ ਨੂੰ ਵੀ ਚਾਂਸ ਦਿੰਨੇ, ਬਿਕਾਜ਼ ਉਹ ਬਿੱਲ ਜਿਹੜਾ ਉਹ ਫੋਰਸ ਨਹੀਂ ਕਰਦਾ ਡਾਕਟਰ ਨੂੰ ਕਿ ਜੇ ਕੋਈ ਅਸਿਸਟਡ ਸੁਸਾਈਡ ਚਾਹਵੇ ਕਿ ਤੁਸੀਂ ਕਰਾਵੋ, ਬਿਕਾਜ਼ ਦੈਨ ਜਿਹੜਾ ਡਾਕਟਰ ਆ ਉਹਦੇ ਆਪਣੇ ਜਿਹੜੇ ਬਲੀਫਸ ਆ ਵੀ ਹੈਵ ਟੂ ਰਿਸਪੈਕਟ ਦੋਜ਼ ਟੂ। ਪਰ ਜਿਹੜਾ ਪੇਸ਼ੈਂਟ ਜੇ ਉਹਦੇ ਬਲੀਫ ਆ ਕਿ ਮੈਂ ਨਹੀਂ ਹੋਰ ਜੀ ਸਕਦਾ, ਮੈਂ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਆ, ਮੈਂ ਨਹੀਂ ਹੋਰ ਦੁਨੀਆ ਵਿੱਚ ਰਹਿ ਸਕਦਾ, ਉਹਦੀ ਚੋਇਸ ਹੋਣੀ ਚਾਹੀਦੀ ਆ। ਐਂਡ ਯੂਜੂਅਲੀ ਇਹ ਚੋਇਸ ਆ ਦਵਾਈ ਬੰਦ ਕਰ ਦਿਓ, ਖਾਣਾ ਬੰਦ ਕਰ ਦਿਓ, ਕਈਆਂ ਨੂੰ ਲਾਈਫ ਮਸ਼ੀਨਸ ਲੱਗੀਆਂ ਹੋਈਆਂ, ਲਾਈਫ ਸਪੋਰਟ ਮਸ਼ੀਨਸ। ਸੋ ਇਹ ਬਹੁਤ ਇੱਕ ਇਮੋਸ਼ਨਲ ਮਸਲਾ ਹੈਗਾ ਆ। ਜਿਸ ਤਰ੍ਹਾਂ ਕਿ ਫਰਸਟ ਕੇਸ ਜਿਹੜਾ ਆਇਆ ਸੀ ਉਹ ਅਲਬਰਟਾ ਤੋਂ ਆਇਆ ਸੀਗਾ, ਐਂਡ ਦੈਨ ਪੇਸ਼ੈਂਟ ਹੈਜ਼ ਟੂ ਐਕਚੁਅਲੀ ਹੈਡ ਟੂ ਟਰੈਵਲ ਵੈਂਕੂਵਰ ਕਿਉਂਕਿ ਉਸਨੂੰ ਡਾਕਟਰ ਨਹੀਂ ਮਿਲ ਰਿਹਾ ਸੀ। ਇਸ ਸੰਬੰਧੀ ਸਰਕਾਰ ਵੱਲੋਂ ਕਿਹੜੇ ਸਟੈਪਸ ਚੁੱਕੇ ਜਾਣਗੇ ਕਿ ਇੱਕ ਡਾਕਟਰਾਂ ਦੀ ਵੀ ਜੋ ਹੈ ਇੱਕ ਟੀਮ ਹੋਏ ਜੋ ਸਪੈਸ਼ਲ ਅਜਿਹੀਆਂ ਅਸਿਸਟਡ ਡੈਥ ਨੂੰ ਜੋ ਹੈ ਲੁੱਕ ਆਫਟਰ ਕਰ ਸਕਣ? ਯੈਸ, ਜਿਹੜਾ ਇਹ ਹੈਗਾ ਆ ਦੈਟ ਡਾਕਟਰ ਦੀ ਅਨਅਵੇਲੇਬਿਲਿਟੀ ਹੈਗੀ ਆ ਇਸ ਦੇ ਵਿੱਚ, ਉਸ ਮਸਲੇ ਨੂੰ ਵੀ ਅਸੀਂ ਧਿਆਨ ਨਾਲ ਦੇਖ ਰਹੇ ਹਾਂ, ਬਟ ਐਵਰੀਥਿੰਗ ਬਹੁਤ ਨਿਊ ਆ, ਇਸ ਕਰਕੇ ਮੈਂ ਤੁਹਾਨੂੰ ਬਹੁਤ ਆਨਸਰ ਨਹੀਂ ਕਰ ਸਕਦੀ ਇਸ ਬਾਰੇ। ਜੀ, ਅਪਾਰਟ ਫਰਮ ਆਲ ਦਿਸ, ਕਮਿੰਗ ਸਟ੍ਰੇਟ ਟੂ ਯੂ, ਤੁਸੀਂ ਲਾਇਰ ਹੋ, ਮੈਂਬਰ ਪਾਰਲੀਮੈਂਟ ਹੋ, ਵੋਲੰਟੀਅਰ ਇੰਨੀ ਜ਼ਿਆਦਾ ਕਰਦੇ ਹੋ, ਉਸ ਦੇ ਬਾਵਜੂਦ ਜੋ ਹੈ ਤੁਸੀਂ ਆਪਣੀ ਫੈਮਿਲੀ ਦੇ ਨਾਲ ਸਮਾਂ ਕਿਸ ਤਰ੍ਹਾਂ ਕੱਢਦੇ ਹੋ? ਬਹੁਤ ਟਾਈਮ ਕੱਢਣਾ ਪੈਂਦਾ ਆ, ਹਰ ਇੱਕ ਅੱਛੇ ਕੰਮ ਲਈ, ਹਰ ਇੱਕ ਕੰਮ ਲਈ ਟਾਈਮ ਕੱਢਣਾ ਹੀ ਪੈਂਦਾ ਆ। ਸੋ ਇਹ ਵੀ ਨਿਕਲ ਆਉਂਦਾ ਕਿਤੇ ਨਾ ਕਿਤੇ। ਜੀ, I think there is a lot to talk about you, a lot to discuss with you, लेकिन we have less time. ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜੇ ਪੋਲਿਟਿਕਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ, ਤੁਹਾਡੇ ਬੱਚੇ ਲੈਣਾ ਚਾਹੁੰਦੇ, ਤੁਹਾਡੇ ਸਰਕਲ ਦੇ ਵਿੱਚ ਕੋਈ ਲੈਣਾ ਚਾਹੁੰਦਾ, ਤੇ ਉਹਨਾਂ ਨੂੰ ਜ਼ਰੂਰ ਹੱਲਾਸ਼ੇਰੀ ਦੇਵੋ, ਇਨਕਰੇਜ ਕਰੋ, ਕਿਉਂਕਿ ਐਨੀਥਿੰਗ ਇਜ਼ ਪੋਸੀਬਲ। ਦੇਖੋ 19 ਮੈਂਬਰ ਆਫ ਪਾਰਲੀਮੈਂਟ ਬਣੇ ਆ ਸਾਡੇ ਕੈਨੇਡਾ ਦੇ ਵਿੱਚ, 42nd ਪਾਰਲੀਮੈਂਟ ਦੇ ਵਿੱਚ, ਫਸਟ ਟਾਈਮ ਹਿਸਟਰੀ 'ਚ ਹੋਇਆ, ਅਸੀਂ ਹਿਸਟਰੀ ਬਦਲ ਦਿੱਤੀ ਆ। ਐਨੀਥਿੰਗ ਹੋ ਸਕਦਾ ਆ। 100 years ago ਕੈਨੇਡਾ ਆਏ ਸੀਗੇ ਆਪਣੇ ਲੋਕ ਕੋਮਾਗਾਟਾ ਮਾਰੂ ਦੇ ਉੱਤੇ, ਉਸ ਤੋਂ ਪਹਿਲਾਂ ਵੀ ਥੋੜੇ ਚਿਰ ਦੇ ਆਏ ਹੋਏ ਸੀਗੇ, ਤੇ ਦੇਖੋ ਕਿੰਨੀ ਤਰੱਕੀ ਕੀਤੀ ਆ ਸਾਡੀ ਕਮਿਊਨਿਟੀ ਦੇ ਨੇ। ਸੋ ਆਈ ਰੀਅਲੀ ਇਨਕਰੇਜ, ਜੇ ਤੁਸੀਂ ਪੋਲਿਟਿਕਸ ਹਿੱਸਾ ਪਾਉਣਾ ਚਾਹੁੰਦੇ ਆ ਤੇ ਜ਼ਰੂਰ ਪਾਓ। Thank you so much for joining us. It was really a pleasure to interview you and we look forward to see you again in future. Thank you very much. ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਡੇ ਸ਼ੋਅ ਤੇ ਆ ਕੇ, ਐਂਡ ਮੈਂ ਜ਼ਰੂਰ ਮੁੜ ਕੇ ਆਵਾਂਗੀ ਜੇ ਮੌਕਾ ਮਿਲੇ। Definitely. ਤੇ ਐਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਉਮੀਦ ਹੈ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਵੇਗੀ। ਅਗਲੇ ਹਫਤੇ ਮੁੜ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ, ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ। Thank you.